ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੋਲੀਅਮ ਨੰਬਰ 1 ਦੇ ਵਿੱਚ ਸਿਰਫ ਤੇ ਸਿਰਫ ਆਨੰਦ ਸਰੋਵਰ ਦੇ ਲਿਖਾਰੀ ਸਰਦਾਰ ਭਗਤ ਸਿੰਘ ਜੀ ਦੇ ਵੱਲੋਂ ਮੁੱਖ ਬੰਦ ਜੋ ਲਿਖਿਆ ਗਿਆ ਉਹ ਆਪ ਜੀ ਦੇ ਸਮਕਸ਼ ਹੈ। ਮੁੱਖ ਬੇਨਤੀ ਵਿੱਚੋਂ ਜੀਵਨ ਲਿਖਣ ਸੰਬੰਧੀ ਪਹਿਲੇ ਯਤਨ ਤੇ ਬਚਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੀ ਸ਼ਖਸੀਅਤ ਤੇ ਉਹਨਾਂ ਦੇ ਮਹਾਨ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਕਈ ਪੜ੍ਹੇ ਲਿਖੇ ਸ਼ਰਧਾਲੂ ਜਾਂ ਸੰਗੀਆਂ ਨੇ ਉਹਨਾਂ ਦੇ ਅਮੋਲਕ ਬਚਨਾਂ ਨੂੰ ਦੀਵਾਨ ਵਿੱਚ ਪਿੱਛੇ ਬੈਠੇ ਹੋਏ ਨੋਟ ਕਰਨਾ ਸ਼ੁਰੂ ਕੀਤਾ, ਜਿਹਾ ਕਿ ਸਰਦਾਰ ਮੋਹਨ ਸਿੰਘ ਜੀ ਰੇਲਵੇ ਅਕਾਊਂਟੈਂਟਸ ਆਫਿਸਰ ਤੇ ਸਰਦਾਰ ਬਾਲਕ ਸਿੰਘ ਜੀ ਨੇ। ਇਸੇ ਤਰ੍ਹਾਂ ਸਰਦਾਰ ਅਵਤਾਰ ਸਿੰਘ ਜੀ ਦੇ ਵੱਡੇ ਭਰਾਤਾ ਸਰਦਾਰ ਮਧੂਸੂਦਨ ਸਿੰਘ ਜੀ ਨੇ ਵੀ ਕੁਝ ਮਸਾਲਾ ਇਕੱਤਰ ਕੀਤਾ, ਪਰ ਛਾਪਣ ਦੇ ਲਈ ਕੋਈ ਯਤਨ ਨਾ ਹੋਇਆ। ਵੈਸੇ ਜੀਵਨ ਲਿਖਣ ਦੀ ਗੱਲ ਕਦੇ ਨਾ ਕਦੇ ਕਿਸੇ ਨਾ ਕਿਸੇ ਪ੍ਰਥਾएं ਚੱਲਦੀ ਰਹੀ। ਕਦੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਤੋਂ, ਕਦੇ ਕਿਸੇ ਹੋਰ ਸੰਬੰਧ ਵਿੱਚ। ਇੱਕ ਵਾਰੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਛਪੇ ਜੀਵਨ ਤੋਂ। ਪਰ ਇਸ ਕੰਮ ਸੰਬੰਧੀ ਬਾਬਾ ਜੀ ਦਾ ਰਵੱਈਆ ਕੁਝ ਵਿਲੱਖਣ ਜਿਹਾ ਹੀ ਹੁੰਦਾ ਸੀ, ਕਦੇ ਕਦਾਈ ਲਿਖਣ ਦੇ ਹੱਕ ਵਿੱਚ ਵੀ, ਪਰ ਬਹੁਤਾ ਇਸ ਦੇ ਵਿਰੁੱਧ। ਉਹ ਇਉਂ ਫਰਮਾਉਂਦੇ ਸਨ, ਸਾਡਾ ਜੀਵਨ ਕੋਈ ਕੀ ਲਿਖੇਗਾ, ਖਾਸ ਕਰਕੇ ਜਿਹੜਾ ਜੀਵਨ ਅੰਦਰ ਖਾਤੇ ਗੁਜ਼ਰਦਾ ਹੈ। ਅੱਧੀ ਰਾਤ ਪਿੱਛੋਂ 5 ਵਜੇ ਸਵੇਰ ਤੱਕ ਅਸੀਂ ਕਿਤੇ ਰਹਿੰਦੇ ਹਾਂ, ਪਰ ਸਾਡਾ ਸਰੀਰ ਕਿਤੇ ਪਿਆ ਹੁੰਦਾ ਹੈ ਤੇ ਆਤਮਾ ਨਿਰੰਕਾਰ ਦੀ ਹਜ਼ੂਰੀ ਵਿੱਚ ਹੁੰਦੀ ਹੈ। ਨਿਰੰਕਾਰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਹੈ ਤੇ ਸਾਡਾ ਚਿੱਤ ਆਉਣ ਨੂੰ ਨਹੀਂ ਕਰਦਾ। ਜੇ ਅਸੀਂ ਸਾਰੀ ਗੱਲ ਦੱਸੀਏ ਤਾਂ ਅਣਜਾਣ ਲੋਕ ਕੁਛ ਦਾ ਕੁਛ ਪਏ ਕਹਿਣਗੇ। ਇਸ ਸੰਬੰਧ ਵਿੱਚ ਇੱਕ ਵਾਰੀ ਬਚਨ ਕੀਤਾ ਕਿ ਸ਼ੇਖ ਫਰੀਦ ਜੀ 12 ਸਾਲ ਖੂਹ ਦੇ ਵਿੱਚ ਲਮਕ ਕੇ ਤਪੱਸਿਆ ਕਰਦੇ ਰਹੇ, ਪਰ ਲਿਖਣ ਵਾਲਾ ਤਾਂ ਇਸ ਸਾਰੀ ਤਪੱਸਿਆ ਨੂੰ 2 ਵਾਕਾਂ ਵਿੱਚ ਹੀ ਮੁਕਾ ਦੇਵੇਗਾ। ਪਿੰਡ ਝੋਰਣਾ ਵਿੱਚ ਵੀ ਇੱਕ ਵਾਰੀ ਸਰਦਾਰ ਰਤਨ ਸਿੰਘ ਜੀ ਨੇ ਬਾਬਾ ਜੀ ਦੇ ਜੀਵਨ ਦਾ ਕੁਝ ਬਿਰਤਾਂਤ ਛੰਦਾਬੰਦੀ ਵਿੱਚ ਰਚ ਕੇ ਪੜ੍ਹ ਸੁਣਾਇਆ। ਬਾਬਾ ਜੀ ਪ੍ਰਸੰਨ ਤਾਂ ਬੜੇ ਹੋਏ, ਪਰ ਫਰਮਾਨ ਲੱਗੇ, ਇਹ ਸਾਡਾ ਜੀਵਨ ਨਹੀਂ ਹੈ, ਇਹ ਤਾਂ ਦਿਨ ਦੀ ਜ਼ਾਹਰੀ ਕਿਰਿਆ ਹੈ। ਜੀਵਨ ਕਦੇ ਲਿਖਿਆ ਜਾਵੇਗਾ ਤੇ ਉਸ ਵਿੱਚ ਸਾਰੇ ਸੰਗੀਆਂ ਦੇ ਨਾਮ ਵੀ ਆਉਣਗੇ, ਤੁਸੀਂ ਵੇਖੋਗੇ, ਪਰ ਹਾਲੀ ਸਮਾਂ ਨਹੀਂ ਹੈ। ਫਿਰ ਇੱਕ ਵਾਰੀ ਸਾਡਾ ਜੀਵਨ ਗੁਰੂ ਗ੍ਰੰਥ ਸਾਹਿਬ ਹੀ ਹੈ। ਸੰਨ 1940 ਦੀਆਂ ਗਰਮੀਆਂ ਵਿੱਚ ਜਦ ਬਾਬਾ ਜੀ ਕਰੌਲ ਦੇ ਟਿੱਬੇ ਤੇ ਸਲੋਗੜੇ ਤੇ ਸੋਲਨ ਵਿਚਕਾਰ ਬਿਰਾਜ ਰਹੇ ਸਨ, ਤਾਂ ਗੱਲ ਚੱਲਣ ਤੇ ਬਾਬਾ ਜੀ ਨੇ ਇਸ ਕੰਮ ਨੂੰ ਸਰਦਾਰ ਸੰਪੂਰਨ ਸਿੰਘ ਤੇ ਕਵੀ ਦੇ ਜ਼ਿੰਮੇ ਲਾਇਆ। ਜਿਵੇਂ ਉਹਨਾਂ ਕੋਲੋਂ ਗੱਲ ਸਿਰੇ ਨਾ ਚੜੀ। ਬਾਬਾ ਜੀ ਜਿਹੇ ਕਿਸੇ ਉੱਚ ਕੋਟੀ ਦੇ ਮਹਾਂਪੁਰਖ ਦਾ ਜੀਵਨ ਲਿਖਣਾ ਕੋਈ ਸੌਖਾ ਕੰਮ ਨਹੀਂ, ਖਾਸ ਕਰਕੇ ਅੰਤਰਮੁਖੀ ਜੀਵਨ। ਉਹਨਾਂ ਦੀ ਗਤੀ ਉਹ ਆਪ ਹੀ ਜਾਣਦੇ ਸਨ, ਜਾਂ ਉਹ ਜਾਣੇ ਜੋ ਉਹਨਾਂ ਜੱਡਾ ਹੋਵੇ। ਗੁਰਵਾਕ ਹੈ, ਏਵੜ ਉੱਚਾ ਹੋਵੇ ਕੋਏ, ਤਿਸ ਉੱਚਾ ਕੋ ਜਾਣੇ ਸੋਏ। ਜਪਜੀ ਸਾਹਿਬ। ਫਿਰ ਸਿਆਣੇ ਤੋਂ ਸਿਆਣਾ ਸੰਗੀ ਵੀ ਇਹ ਦਾਅਵਾ ਕਦੇ ਨਹੀਂ ਕਰ ਸਕਿਆ ਕਿ ਬਾਬਾ ਜੀ ਦੀਆਂ ਸਾਰੀਆਂ ਰਮਜ਼ਾਂ ਉਹਨਾਂ ਦੀ ਸਮਝ ਵਿੱਚ ਆ ਗਈਆਂ ਸਨ। ਘੱਟੋ ਘੱਟ ਲੇਖਕ ਦੀ ਲਿਆਕਤ ਜਾਂ ਸੂਝ ਤੋਂ ਤਾਂ ਇਹ ਬਿਲਕੁਲ ਬਾਹਰ ਰਹੀਆਂ ਹਨ, ਤੇ ਨਾ ਹੀ ਬਾਬਾ ਜੀ ਦੇ ਜੀਵਨ ਵਿੱਚ ਉਹ ਉਹਨਾਂ ਨੂੰ ਪਛਾਣ ਸਕਿਆ। ਉਪਰੰਤ ਇਹ ਵੀ ਵੇਖਿਆ ਗਿਆ ਕਿ ਹੋਰ ਕਈ ਪੁਰਾਣੇ ਸੰਗੀ ਬਾਬਾ ਜੀ ਦੇ ਅੱਖੀਂ ਡਿੱਠੇ ਪਿਛਲੇ ਤੇ ਪੁਰਾਣੇ ਹਾਲ ਦੱਸਣ ਤੋਂ ਸੰਕੋਚ ਕਰਦੇ ਜਾਂ ਝਿਜਕਦੇ ਸਨ, ਜਾਂ ਕਿਸੇ ਬਹਾਨੇ ਟਾਲਦੇ ਸੀ ਕਿ ਸ਼ਾਇਦ ਇਹ ਯਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਪ੍ਰਵਾਨਗੀ ਜਾਂ ਪ੍ਰਸੰਨਤਾ ਨਾਲ ਹੋ ਰਿਹਾ ਹੈ ਕਿ ਨਹੀਂ। ਇਸ ਲਈ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ
ਕੁਛ ਮੁਖੀ ਤੇ ਪੁਰਾਣੇ ਸੰਗੀਆਂ ਨੇ 1958 ਦੀ ਬਰਸੀ ਦੇ ਪਿੱਛੋਂ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ਪ੍ਰਸੰਨਤਾ ਦਿੱਤੀ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸ਼ਲੋਕ ਮਹੱਲਾ ਤੀਜਾ। ਦੇ ਮੁੱਖ ਵਾਕ ਅਨੁਸਾਰ ਇਹ ਪ੍ਰਸੰਗ ਕਰਨ ਨਾਲ ਹੀ ਯਾਦ ਰਹਿੰਦੇ ਹਨ। ਸੇਵਕਾਂ ਤੇ ਸੰਗੀਆਂ ਦੇ ਪਰਸਪਰ ਪ੍ਰੇਮ ਵਧਾਉਣ ਲਈ ਵੀ ਜ਼ਰੂਰੀ ਹਨ। ਆਮ ਜਨਤਾ ਦਾ ਵੀ ਇਹਨਾਂ ਦੇ ਲਿਖਣ ਨਾਲ ਭਲਾ ਹੋਵੇਗਾ। ਬਾਬਾ ਜੀ ਦਾ ਆਖਰੀ ਸੰਦੇਸ਼ਾ ਜੋ ਸਾਡੇ ਲਈ ਉਹਨਾਂ ਨੇ ਬਖਸ਼ਿਆ ਸੀ ਇਉਂ ਸੀ, ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ, ਸਗਲ ਰੇਨ ਇਹੋ ਮਨ ਪਿਆ ਬਿਨਸੀ ਅਪਤਾਰੀ। ਬਿਲਾਵਲ ਮਹੱਲਾ ਪੰਜਵਾਂ। ਇਹ ਕਹਿਣਾ ਤਾਂ ਸੌਖਾ ਹੈ ਪਰ ਇਸ ਨੂੰ ਜੀਵਨ ਵਿੱਚ ਘਟਾ ਕੇ ਦਿਖਾਉਣਾ ਬਹੁਤ ਔਖਾ ਹੈ। ਮਹਾਂਪੁਰਖਾਂ ਦਾ ਪਰ ਉਪਕਾਰ ਵੀ ਆਪਣੀ ਕਿਸਮ ਦਾ ਹੈ। ਅਵਗੁਣ ਸਭ ਮਿਟਾਏ ਕੇ ਪਰ ਉਪਕਾਰ ਕਰੇਨ। ਉਹ ਪਹਿਲਾਂ ਤਾਂ ਪਿਛਲੇ ਗੁਨਾਹ ਬਖਸ਼ਦੇ ਹਨ ਤੇ ਫਿਰ ਜੀ ਦਾਨ ਦੇਣ ਦਾ ਪਰ ਉਪਕਾਰ ਕਰਦੇ ਹਨ। ਸਾਡੀ ਡਿਊਟੀ ਬਾਬਾ ਜੀ ਮਹਾਰਾਜ ਦੇ ਹੁੰਦਿਆਂ ਵੀ ਸੇਵਾ ਦੀ ਸੀ ਤੇ ਉਸ ਸੇਵਾ ਦਾ ਮੇਵਾ ਹੀ ਅਸੀਂ ਖਾ ਰਹੇ ਹਾਂ। ਹੁਣ ਵੀ ਸਾਡੀ ਡਿਊਟੀ ਸੇਵਾ ਕਰਨ ਤੇ ਕਰਾਉਣ ਦੀ ਹੈ, ਲਿਖਣ ਲਿਖਾਉਣ ਦੀ ਨਹੀਂ। ਇਹ ਕੰਮ ਤੁਹਾਡੇ ਕਰਨ ਦਾ ਹੈ, ਪਰ ਸਾਡੀਆਂ 100 ਖੁਸ਼ੀਆਂ ਹਨ। ਉਪਰੰਤ ਕੁਝ ਕਾਰਨਾਂ ਕਰਕੇ ਇਹ ਗੁਰਮਤਾ ਹੋਇਆ ਕਿ ਹਾਲੇ ਇਕੱਤਰ ਕੀਤੇ ਹੋਏ ਮਸਾਲੇ ਨੂੰ ਥੋੜ੍ਹਾ ਥੋੜ੍ਹਾ ਕਰਕੇ ਇੱਕ ਰਸਾਲੇ ਦੇ ਰੂਪ ਵਿੱਚ ਹੀ ਪ੍ਰਕਾਸ਼ਿਤ ਕੀਤਾ ਜਾਵੇ। ਇਸ ਤਰ੍ਹਾਂ ਇਸ ਢਾਂਚੇ ਜਾਂ ਖਰੜੇ ਦੇ ਤੌਰ ਇਹ ਇੱਕ ਮੋਟਾ ਤੇ ਮੁੱਢਲਾ ਉੱਦਮ ਬਾਬਾ ਜੀ ਮਹਾਰਾਜ ਨੇ ਆਪਣੀ ਅਪਾਰ ਕਿਰਪਾ ਨਾਲ ਹੀ ਕਰਾਇਆ। ਯਾਦਦਾਸ਼ਤ ਰੱਖਣ ਲਈ ਨਾ ਕਿ ਯਾਦਗਾਰ ਕਾਇਮ ਕਰਨ ਲਈ, ਤਾਂ ਜੋ ਸੰਗੀ ਭੁੱਲ ਨਾ ਜਾਣ ਤੇ ਉਹਨਾਂ ਦੇ ਬੱਚੇ, ਪਰਿਵਾਰਾਂ ਦੇ ਮੈਂਬਰ ਤੇ ਹੋਰ ਸ਼ਰਧਾਲੂ ਇਹਨਾਂ ਤੋਂ ਆਤਮਿਕ ਆਨੰਦ ਪ੍ਰਾਪਤ ਕਰ ਸਕਣ ਜਾਂ ਹੋਰ ਲਾਭ ਉਠਾ ਸਕਣ। ਸਧਾਰਨ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਇੱਕ ਪ੍ਰਸਿੱਧ ਅੰਗਰੇਜ਼ ਕਵੀ ਦੇ ਵਿਚਾਰਾਂ ਨੂੰ ਪੰਜਾਬੀ ਵਿੱਚ ਇਉਂ ਦਰਸਾਇਆ ਗਿਆ ਹੈ। ਯਾਦ ਕਰਾਵਨ ਜੀਵਨ ਸਾਨੂੰ ਮਹਾਂਪੁਰਖਾਂ ਦੇ ਉੱਚੇ, ਅਸੀਂ ਵੀ ਕਰ ਸਕਦੇ ਹਾਂ ਜੀਵਨ ਵਾਂਗ ਉਹਨਾਂ ਦੇ ਸੁੱਚੇ। ਪਰ ਸੰਤ ਜੀਵਨੀਆਂ ਹੋਰ ਤਰ੍ਹਾਂ ਦੀਆਂ ਜੀਵਨੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀਆਂ ਹਨ। ਸੰਤ ਮਹਾਤਮਾ ਸਾਡੇ ਜੀਵਨ ਦੇ ਵਧੇਰੇ ਨੇੜੇ ਹੁੰਦੇ ਹਨ ਅਤੇ ਅਨੇਕਾਂ ਹੀ ਲੋਕ ਆਪਣੇ ਕਲਿਆਣ ਲਈ ਗੁਰੂ ਸਾਹਿਬਾਂ ਪਿੱਛੋਂ ਇਹਨਾਂ ਨੂੰ ਹੀ ਚਾਨਣ ਮੁਨਾਰੇ ਸਮਝਦੇ ਹਨ। ਜੀਵਨ ਲਿਖਣਾ, ਹੱਥ ਨਾਲ ਇੱਕ ਚੰਗੀ ਤਸਵੀਰ ਚਿੱਤਰਣ, ਸੰਗਮਰਮਰ ਦਾ ਇੱਕ ਸੋਹਣਾ ਬੁੱਤ ਘੜਨ ਜਾਂ ਇੱਕ ਸ਼ਾਨਦਾਰ ਮਹਿਲ ਉਸਾਰਨ ਵਾਂਗ ਅਤ ਕਠਿਨ ਕੰਮ ਹੈ। ਜੀਵਨ ਲਿਖਣ ਦਾ ਢੰਗ ਵੀ ਹਰੇਕ ਲਿਖਾਰੀ ਦਾ ਆਪੋ ਆਪਣਾ ਹੋਣਾ ਸੁਭਾਵਿਕ ਹੈ, ਕਿਉਂਕਿ ਹਰੇਕ ਦੇ ਦ੍ਰਿਸ਼ਟੀਕੋਣ ਵਿੱਚ ਫਰਕ ਹੁੰਦਾ ਹੈ। ਇੱਕ ਨਾਵਲਕਾਰ ਦਾ ਅੱਡਰਾ ਢੰਗ ਤੇ ਇੱਕ ਨਾਟਕਕਾਰ ਦਾ ਅੱਡਰਾ, ਕਵੀ ਦਾ ਹੋਰ ਤੇ ਫਿਲਾਸਫਰ ਜਾਂ ਗਿਆਨੀ ਦਾ ਹੋਰ, ਇੱਕ ਸੰਤ ਸੇਵੀ ਦਾ ਇੱਕ ਤਰ੍ਹਾਂ ਦਾ ਤੇ ਸੰਤ ਵਿਰੋਧੀ ਜਾਂ ਨੁਕਤਾਚੀਨੀ ਦਾ ਦੂਜੀ ਤਰ੍ਹਾਂ ਦਾ। ਕਿਸੇ ਮਹਾਤਮਾ ਦੇ ਸਧਾਰਨ ਸੰਗੀ ਦਾ ਵੱਖਰਾ ਤੇ ਅਨੰਦ ਭਗਤ ਦਾ ਵੱਖਰਾ। ਇਸੇ ਤਰ੍ਹਾਂ ਇੱਕ ਵਿਗਿਆਨੀ ਦੀ ਦ੍ਰਿਸ਼ਟੀਕੋਣ ਕੁਝ ਹੁੰਦੀ ਹੈ ਤੇ ਇੱਕ ਅੰਧ ਵਿਸ਼ਵਾਸੀ ਦੀ ਕੁਝ ਹੋਰ। ਭਾਈ ਸਾਹਿਬ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਇੱਕ ਇਤਿਹਾਸਕਾਰ ਕੇਵਲ ਛਿੱਲੜ ਤੱਕਦਾ ਹੈ, ਉਸ ਨੂੰ ਗਿਰੀ ਤੇ ਗਿਰੀ ਦੀਆਂ ਸ਼ਕਤੀਆਂ ਦਾ ਪਤਾ ਨਹੀਂ ਹੈ ਤੇ ਫਿਲਸਫੇ ਵਾਲਾ ਗਿਣਤੀ ਵਿੱਚ ਹੁੰਦਾ ਹੈ ਤੇ ਉਹ ਅਮੁੱਲ ਦੀ ਗਿਆਤ ਤੋਂ ਨਾ ਵਾਕਿਫ ਹੁੰਦਾ ਹੈ। ਜੀਵਨ ਦੇ ਅਸਲੇ ਉੱਤੇ ਇੱਕ ਅਮਰੀਕਨ ਵਿਸ਼ਵ ਵਿਦਿਆਲੇ ਦੇ ਖੋਜੀ ਨੇ ਕਈ ਸਾਲਾਂ ਦੀ ਖੋਜ ਵਿੱਚ ਸੰਸਾਰ ਦੀਆਂ ਪ੍ਰਸਿੱਧ ਜੀਵਨੀਆਂ ਨੂੰ ਚੰਗੀ ਤਰ੍ਹਾਂ ਘੋਖ ਕੇ ਆਪਣੀ ਖੋਜ ਦਾ ਸਿੱਟਾ ਹੁਣੇ ਹੀ ਇੱਕ ਪੁਸਤਕ ਵਿੱਚ ਛਾਪਿਆ ਹੈ। ਉਹ ਲਿਖਦਾ ਹੈ ਕਿ ਜੀਵਨ ਲਿਖਣ ਦਾ ਕੋਈ ਪ੍ਰਮਾਣਿਕ ਢੰਗ ਜਾਂ ਨਮੂਨਾ ਨਹੀਂ। ਇਸ ਕੰਮ ਵਿੱਚ ਕਠਿਨਾਈਆਂ ਬਹੁਤ ਹਨ
ਤੇ ਪੂਰਨਤਾ ਦੀ ਪ੍ਰਾਪਤੀ ਜੀਵਨ ਲੇਖਕ ਦੀ ਪਹੁੰਚ ਤੋਂ ਪਰੇ ਹੁੰਦੀ ਹੈ। ਮਨੁੱਖ ਦਾ ਅਸਲਾ ਇੱਕ ਇਹੋ ਜਿਹੀ ਚੀਜ਼ ਹੈ ਕਿ ਉਸ ਦਾ ਕੋਈ ਐਸਾ ਵਰਣਨ ਨਹੀਂ ਜੋ ਸਰਬ ਸਪਸ਼ਟ ਹੋਵੇ। ਸੋ ਇਸ ਤਰ੍ਹਾਂ ਇਕੱਤਰ ਕੀਤਾ ਹੋਇਆ ਮਸਾਲਾ ਪਾਠਕਾਂ ਦੀ ਸੇਵਾ ਵਿਖੇ ਹਾਜ਼ਰ ਹੈ। ਨੰਬਰ 1, ਤਾਂ ਜੋ ਘੱਟੋ ਘੱਟ ਸੁਰੱਖਿਅਤ ਤਾਂ ਹੋ ਸਕੇ। ਨੰਬਰ 2, ਜਿਹੜੀਆਂ ਤਰੁੱਟੀਆਂ ਜਾਂ ਊਣਤਾਈਆਂ ਇਸ ਵਿੱਚ ਹਨ ਉਹ ਪੂਰੀਆਂ ਹੋ ਸਕਣ। ਨੰਬਰ 3, ਜੇ ਕਿਸੇ ਘਟਨਾ ਦਾ ਠੀਕ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਜਾਂ ਹਾਲ ਲਿਖਿਆ ਨਹੀਂ ਗਿਆ ਤਾਂ ਉਸ ਦੀ ਸੋਧ ਹੋ ਸਕੇ। ਨੰਬਰ 4, ਜਿਹੜੇ ਸੰਗੀ ਹਾਲੀ ਤੱਕ ਇਸ ਮਹਾਨ ਕੰਮ ਦੀ ਬਾਬਤ ਅਗਿਆਤ ਹਨ ਉਹਨਾਂ ਨੂੰ ਪਤਾ ਲੱਗ ਜਾਏ ਤਾਂ ਕਿ ਜੋ ਵਾਕਫੀ ਉਹਨਾਂ ਪਾਸ ਹੈ ਉਹ ਪਹੁੰਚਾ ਸਕਣ। ਨੰਬਰ 5, ਜਿਹੜੇ ਪ੍ਰੇਮੀ ਸੱਜਣ ਹਾਲੀ ਦੱਸਣ ਤੋਂ ਸੰਕੋਚ ਕਰਦੇ ਹਨ ਉਹ ਆਪਣੀਆਂ ਹੱਡ ਬੀਤੀਆਂ ਜਾਂ ਆਪਣੀ ਅੱਖੀਂ ਵੇਖੇ ਹਾਲ ਜਾਂ ਕੰਨੀ ਸੁਣੇ ਬਚਨ ਜਿੰਨੇ ਕੁ ਉਹਨਾਂ ਨੂੰ ਯਾਦ ਹਨ ਦੱਸ ਸਕਣ। ਇਸ ਜੀਵਨੀ ਵਿੱਚ ਕੋਈ ਮਨ ਘੜਤ, ਬਨਾਵਟੀ ਜਾਂ ਕਲਪਨਿਤ ਗੱਲ ਨਹੀਂ ਲਿਖੀ ਗਈ। ਕੇਵਲ ਅੱਖੀਂ ਵੇਖੀਆਂ ਤੇ ਕੰਨੀ ਸੁਣੀਆਂ ਜਾਂ ਪੜ੍ਹੀਆਂ ਗੱਲਾਂ ਨੂੰ ਪਰਖ ਜਾਂਚ ਕੇ ਲਿਖਿਆ ਗਿਆ ਹੈ। ਹਾਂ, ਗੁਰਬਾਣੀ ਦੀਆਂ ਟੁਕਵੀਆਂ ਤੁਕਾਂ ਦਰਜ ਕੀਤੀਆਂ ਹਨ ਜਿੱਥੇ ਕਿਸੇ ਦੇ ਵਰਤੇ ਹੋਏ ਸ਼ਬਦ ਹੂ ਬ ਹੂ ਲਿਖੇ ਗਏ ਹਨ ਉੱਥੇ ਪੁੱਠੇ ਕਾਮੇ ਲਾ ਦਿੱਤੇ ਹਨ। ਵਿਸ਼ਿਆਂ ਦੀ ਮੋਟੀ ਮੋਟੀ ਵੰਡ ਹਾਲੀ ਇਉਂ ਕੀਤੀ ਗਈ ਹੈ। ਭਾਵੇਂ ਸਾਰੀਆਂ ਗੱਲਾਂ ਪੂਰਨ ਤੌਰ 'ਤੇ ਇਸ ਵੰਡ ਵਿੱਚ ਨਹੀਂ ਆਉਂਦੀਆਂ। ਜੋ 5 ਭਾਗ ਹਨ ਉਹਨਾਂ ਦਾ ਵੇਰਵਾ। ਭਾਗ ਪਹਿਲਾ ਵਿੱਚ ਜੀਵਨ ਕਥਾ। ਇਸ ਵਿੱਚ ਸਿਲਸਿਲੇਵਾਰ ਜੋ ਹਾਲ ਪਤਾ ਲੱਗੇ ਹਨ ਲਿਖੇ ਹਨ ਤੇ ਥਾਂ ਥਾਈਂ ਹੋਈਆਂ ਜਾਂ ਵਾਪਰੀਆਂ ਛੋਟੀਆਂ ਛੋਟੀਆਂ ਘਟਨਾਵਾਂ ਵੀ ਦਰਜ ਹਨ। ਭਾਗ ਦੂਜੇ ਵਿੱਚ ਮਰਜ਼ਾਦਾ ਤੇ ਰੋਹ ਰੀਤੀ। ਇਸ ਵਿੱਚ ਮਰਜ਼ਾਦਾ ਹੇਠਾਂ ਉਹ ਗੱਲਾਂ ਦਰਜ ਹਨ ਜਿਨ੍ਹਾਂ ਉੱਤੇ ਚੱਲਣ ਲਈ ਬਾਬਾ ਜੀ ਹਰੇਕ ਸੰਗੀ ਨੂੰ ਜ਼ੋਰ ਜਾਂ ਸੁਝਾਅ ਦਿੰਦੇ ਸਨ ਤੇ ਜੋ ਹਰੇਕ ਵਿਅਕਤੀ ਦੇ ਲਈ ਹਰੇਕ ਸਥਾਨ ਤੇ ਸਮੇਂ ਲਈ ਸਨ। ਜਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ, ਬੀੜ ਦੀ ਅਖੰਡਤਾ, ਭੋਗ ਲਗਾਉਣਾ, ਸੰਪਟ ਤੇ ਅਖੰਡ ਪਾਠ ਦੀ ਵਿਧੀ, ਮਾਲਾ ਦੁਆਰਾ ਪਾਠ, ਹੁਕਮ ਲੈਣ ਦਾ ਢੰਗ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਰਾਹੀਂ ਧਿਆਨ ਪੱਕਾ ਕਰਨਾ ਆਦਿ। ਰੋਹ ਰੀਤੀ ਹੇਠ ਠਾਠ ਵਿੱਚ ਅਨੁਸ਼ਾਸਨ ਰੱਖਣ ਦੇ ਨਿਯਮ, ਬਾਬਾ ਜੀ ਵੱਲੋਂ ਆਪਣੇ ਸੁੱਖ ਜਾਂ ਆਰਾਮ ਲਈ ਬਣਾਈ ਹੋਈ ਰੀਤੀ ਜਿਸ 'ਤੇ ਪਾਬੰਦੀ ਕੇਵਲ ਠਾਠ ਵਿੱਚ ਹੀ ਹੋਣੀ ਸੀ, ਜਿਹਾ ਕਿ ਨਗਦ ਚੜ੍ਹਾਵੇ, ਲੰਗਰ ਉੱਥੇ ਪਕਾਉਣ ਦੀ ਮਨਾਹੀ, ਇਸਤਰੀਆਂ ਲਈ ਬੈਠਣ ਦਾ ਸਥਾਨ, ਪਹਿਰਾ, ਨਿੱਤ ਦਾ ਪ੍ਰੋਗਰਾਮ ਆਦਿ। ਭਾਗ ਤੀਸਰੇ ਵਿੱਚ ਸਾਖੀਆਂ ਤੇ ਬਚਨ। ਹੇਠ ਸਾਖੀਆਂ ਜੋ ਗੁਰਬਾਣੀ ਦੇ ਆਸ਼ੇ ਨੂੰ ਸਪਸ਼ਟ ਕਰਨ ਦੇ ਲਈ ਬਾਬਾ ਜੀ ਸੁਣਾਇਆ ਕਰਦੇ ਸਨ। ਬਚਨਾਂ ਵਿੱਚ ਦ੍ਰਿਸ਼ਟਾਂਤ ਤੇ ਪਰਮਾਰਥ, ਵਿਹਾਰ ਜਾਂ ਫੁਟਕਲ ਮਾਮਲਿਆਂ 'ਤੇ ਵਿਚਾਰ। ਭਾਗ ਚੌਥੇ ਵਿੱਚ ਸ਼ਖਸੀਅਤ ਤੇ ਰਹਿਣੀ ਬਹਿਣੀ। ਬਾਬਾ ਜੀ ਦੀ ਆਤਮਿਕ ਸ਼ਕਤੀ, ਅੰਤਰਯਾਮਤਾ, ਪਾਰ ਦ੍ਰਿਸ਼ਟੀ ਤੇ ਦਿਵ ਦ੍ਰਿਸ਼ਟੀ, ਸਮਰੱਥਤਾ, ਸੇਵਕਾਂ ਸੰਗੀਆਂ ਨੂੰ ਹਰੇਕ ਪ੍ਰਕਾਰ ਦੀ ਸਹਾਇਤਾ ਦੇਣੀ, ਮਾਨਸਿਕ ਸ਼ਕਤੀ, ਤਿਆਗ, ਤਾੜਨਾ, ਕਿਰਪਾਲਤਾ, ਨਿਮਰਤਾ, ਸਿਆਣਪ, ਸੁਭਾਅ, ਮਨੋਵਿਗਿਆਨ, ਸਰੀਰਕ ਕਿਰਿਆਵਾਂ ਤੇ ਰਹਿਣੀ ਬਹਿਣੀ ਸੰਬੰਧੀ ਸਭ ਫੁਟਕਲ ਗੱਲਾਂ। ਭਾਗ ਪੰਜਵੇਂ ਵਿੱਚ ਹੱਡ ਬੀਤੀਆਂ। ਹੇਠਾਂ ਸੰਗੀਆਂ ਤੇ ਸ਼ਰਧਾਲੂਆਂ ਦੀਆਂ ਹੱਡ ਬੀਤੀਆਂ ਜਾਂ ਅੱਖੀਂ ਵੇਖੀਆਂ ਅਦਭੁਤ ਤੇ ਅਲੌਕਿਕ ਗੱਲਾਂ 35 ਅੱਖਰਾਂ ਦੇ ਕਰਮ ਅਨੁਸਾਰ ਦਰਜ ਹਨ। ਸੋ ਸਾਧ ਸੰਗਤ ਜੀ, ਵੋਲੀਅਮ ਨੰਬਰ 1 ਦੇ ਅੰਦਰ ਸਿਰਫ ਤੇ ਸਿਰਫ ਭਗਤ ਸਿੰਘ ਜੀ ਦੇ ਵੱਲੋਂ ਲਿਖਿਆ ਹੋਇਆ ਮੁੱਖ ਬੰਦ ਆਪ ਜੀ ਦੇ ਸਮਕਸ਼ ਹੈ। ਨੰਬਰ 2 ਵੋਲੀਅਮ ਦੇ ਵਿੱਚ ਭਾਗ ਪਹਿਲੇ ਦੀ ਆਪਾਂ ਆਰੰਭਤਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।